Hello and welcome. My name is Amninder and my channel name is Get Knowledge with Me. I hope कि तुसी सारे वधिया होवोगे ते आपदी लाइफ में enjoy कर रहे होवोगे. Well, today we discuss about what is greenhouse effect and what is global warming. Well, ਜਿਹੜੇ ਦੋਨੋਂ ਟੌਪਿਕਸ ਨੇ ਇਹ ਦੋਨੋਂ ਟੌਪਿਕਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਬਿਕੋਜ਼ ਇਹ ਕਲਾਸ 5th ਤੋਂ ਆਪਣੇ ਕਰਿਕੂਲਮ ਦੇ ਵਿੱਚ ਆਉਣੇ ਸਟਾਰਟ ਹੋ ਜਾਂਦੇ ਨੇ ਐਂਡ ਅਪ ਟੂ ਕੰਪੀਟੀਟਿਵ ਐਗਜ਼ਾਮਸ ਐਂਡ ਈਵਨ ਆਇਲਸ ਦੇ ਵਿੱਚ ਵੀ ਇਹਦੇ ਰਿਗਾਰਡਿੰਗ ਕਾਫੀ ਕੁਐਸਚਨਸ ਐਂਡ ਟੌਪਿਕਸ ਆਉਂਦੇ ਨੇ. ਸੋ ਮੈਂ ਸੋਚਿਆ ਵਾਈ ਨਾਟ ਕਿ ਅੱਜ ਇਸ ਟੌਪਿਕ ਉੱਪਰ ਆਪਾਂ ਡਿਸਕਸ ਕਰੀਏ. ਬੇਸ਼ੱਕ ਹਰੇਕ ਕਲਾਸ ਦੇ ਵਿੱਚ ਇਹਨੂੰ ਡਿਫਾਈਨ ਕਰਨ ਦਾ ਤਰੀਕਾ ਐਂਡ ਇਹਦੇ ਵਿੱਚ ਜਿਹੜੇ ਵਰਡਸ ਯੂਜ਼ ਕੀਤੇ ਹੁੰਦੇ ਨੇ ਡੈਫੀਨੇਸ਼ਨਸ ਦੇ ਵਿੱਚ ਉਹ ਹਰ ਕਲਾਸ ਦੇ ਵਿੱਚ ਚੇਂਜ ਹੋ ਜਾਂਦੇ ਨੇ ਬਟ ਜਿਹੜਾ ਇਹਦਾ ਮੀਨਿੰਗ ਹੈਗਾ ਉਹ ਬਿਲਕੁਲ ਸੇਮ ਰਹਿੰਦਾ. ਸੋ ਅੱਜ ਸਿੰਪਲ ਲੈਂਗੁਏਜ ਦੇ ਵਿੱਚ ਇਸ ਨੂੰ ਆਪਾਂ ਸਮਝਾਂਗੇ ਕਿ ਗ੍ਰੀਨ ਹਾਊਸ ਇਫੈਕਟ ਹੁੰਦਾ ਕੀ ਹੈ, ਗਲੋਬਲ ਵਾਰਮਿੰਗ ਕੀ ਹੁੰਦੀ ਆ, ਇਹਦੇ ਕੀ ਕਾਰਨ ਹੁੰਦੇ ਨੇ ਐਂਡ ਕਿਵੇਂ ਅਸੀਂ ਇਸ ਚੀਜ਼ ਨੂੰ ਸੋਲਵ ਕਰ ਸਕਦੇ ਹਾਂ ਐਂਡ ਵਟ ਇਜ਼ ਦੀ ਡੈਫੀਨੇਸ਼ਨ ਆਫ ਦੀਜ਼, ਹੈ ਨਾ. ਇਹਨਾਂ ਦੋਨਾਂ ਦੀ ਡੈਫੀਨੇਸ਼ਨ ਕੀ ਹੈਗੀ ਆ ਉਹਨੂੰ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਸਮਝਾਂਗੇ. ਸੋ ਬਿਨਾਂ ਟਾਈਮ ਵੇਸਟ ਕੀਤੇ ਅਸੀਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ. ਲੈਟਸ ਬਿਗਿਨ ਦੀ ਵੀਡੀਓ. Let's begin from the first topic. What is greenhouse effect? All we know that sun ਜਿਹੜਾ ਹੈਲਪ ਕਰਦਾ ਹੈ ਅਰਥ ਨੂੰ ਵਾਰਮ ਰੱਖਣ ਦੇ ਵਿੱਚ ਬਿਕੋਜ਼ ਸਨ ਤੋਂ ਜਿਹੜੀਆਂ ਰੇਡੀਏਸ਼ਨਸ ਆਉਂਦੀਆਂ ਨੇ ਉਹਦੇ ਵਿੱਚੋਂ ਕੁਝ ਪਾਰਟ ਅਰਥ ਅਬਜ਼ੌਰਬ ਕਰ ਲੈਂਦੀ ਆ ਜਿਹਦੇ ਨਾਲ ਅਰਥ ਵਾਰਮ ਹੋ ਜਾਂਦੀ ਹੈ ਐਂਡ ਸਾਡਾ ਸਰਵਾਈਵਲ ਜਿਹੜਾ ਹੈਗਾ ਉਹ ਪੋਸੀਬਲ ਹੋ ਪਾਉਂਦਾ ਹੈ ਅਰਥ ਦੇ ਉੱਪਰ. ਬਟ ਕੁਝ ਪਾਰਟ ਰੇਡੀਏਸ਼ਨਸ ਦਾ ਇੱਦਾਂ ਦਾ ਹੁੰਦਾ ਜੋ ਅਰਥ ਵਾਪਸ ਭੇਜ ਦਿੰਦੀ ਆ, ਵਾਪਸ ਰਿਫਲੈਕਟ ਹੋ ਜਾਂਦੀਆਂ ਨੇ ਸਪੇਸ ਦੇ ਵਿੱਚ. ਪਰ ਉਹਨਾਂ ਪਾਰਟਸ ਦੇ ਵਿੱਚੋਂ ਸਾਡਾ ਐਟਮੋਸਫੀਅਰ ਕੀ ਕਰਦਾ ਹੈ, ਉਹਨਾਂ ਰੇਡੀਏਸ਼ਨਸ ਨੂੰ ਆਪਦੇ ਅੰਦਰ ਟਰੈਪ ਕਰਕੇ ਰੱਖ ਲੈਂਦਾ ਹੈ, ਆਪਦੇ ਅੰਦਰ ਪਕੜ ਕੇ ਰੱਖ ਲੈਂਦਾ ਹੈ ਜਿਹਦੇ ਨਾਲ ਫਰਦਰ ਜਿਹੜੀ ਅਰਥ ਹੈ ਉਹ ਵਾਰਮ ਹੋ ਜਾਂਦੀ ਆ ਜਿਹਨੂੰ ਬੋਲਿਆ ਜਾਂਦਾ ਗ੍ਰੀਨ ਹਾਊਸ ਇਫੈਕਟ. ਤੁਸੀਂ ਕਈ ਨਰਸਰੀਜ਼ ਵੀ ਦੇਖੀਆਂ ਹੋਣਗੀਆਂ ਜਿੱਥੇ ਬਹੁਤ ਸਾਰੇ ਗ੍ਰੀਨ ਹਾਊਸ ਬਣੇ ਹੋਣਗੇ. ਉਹਨਾਂ ਦਾ ਵੀ ਕੀ ਕੰਮ ਹੁੰਦਾ ਕਿ ਜਿਹੜੀਆਂ ਰੇਡੀਏਸ਼ਨਸ ਸਨ ਤੋਂ ਆਉਂਦੀਆਂ ਨੇ ਉਹ ਉਸ ਗ੍ਰੀਨ ਹਾਊਸ ਦੇ ਵਿੱਚ ਐਂਟਰ ਤਾਂ ਕਰ ਸਕਦੀਆਂ ਨੇ ਪਰ ਵਾਪਸ ਨਹੀਂ ਜਾ ਸਕਦੀਆਂ ਕਿਉਂਕਿ ਉਹ ਉਸ ਹਾਊਸ ਦੇ ਵਿੱਚ ਟਰੈਪ ਹੋ ਕੇ ਰਹਿ ਜਾਂਦੀਆਂ ਨੇ. ਸੋ ਸੇਮ ਇਜ਼ ਨੋਨ ਐਜ਼ ਗ੍ਰੀਨ ਹਾਊਸ ਇਫੈਕਟ. ਸੋ ਇਸੇ ਨੂੰ ਗ੍ਰੀਨ ਹਾਊਸ ਇਫੈਕਟ ਬੋਲਿਆ ਜਾਂਦਾ ਹੈ ਕਿ ਜੋ ਰੇਡੀਏਸ਼ਨਸ ਆਉਂਦੀਆਂ ਨੇ ਅਰਥ ਅਬਜ਼ੌਰਬ ਕਰ ਲੈਂਦੀ ਹੈ ਬਟ ਕੁਝ ਪਾਰਟ ਜੋ ਰਿਫਲੈਕਟ ਹੋ ਜਾਂਦਾ ਹੈ ਉਹਨੂੰ ਜਿਹੜਾ ਐਟਮੋਸਫੀਅਰ ਹੈ ਉਹ ਆਪਦੇ ਅੰਦਰ ਟਰੈਪ ਕਰਕੇ ਰੱਖ ਲੈਂਦਾ ਜਿਹਦੇ ਕਰਕੇ ਸਾਡੀ ਅਰਥ ਜਿਹੜੀ ਹੈਗੀ ਆ ਫਰਦਰ ਵਾਰਮ ਹੋ ਜਾਂਦੀ ਆ. ਬਟ ਅੱਜ ਕੱਲ੍ਹ ਇਹ ਚੀਜ਼ ਜਿਹੜੀ ਹੈਗੀ ਆ ਐਕਸੈਸ ਦੇ ਵਿੱਚ ਹੋ ਰਹੀ ਹੈ ਜਿਹਦੇ ਕਰਕੇ ਸਾਡੇ ਸਰਵਾਈਵਲ ਉੱਪਰ ਸਾਨੂੰ ਰਹਿਣ ਦੇ ਵਿੱਚ ਇਸ ਅਰਥ ਉੱਪਰ ਬਹੁਤ ਸਾਰੀ ਪ੍ਰੋਬਲਮ ਆ ਰਹੀ ਹੈ. ਸੋ ਇਹੀ ਚੀਜ਼ ਹੈਲਪ ਕਰਦੀ ਹੈ ਸਾਡੀ ਸਰਵਾਈਵਲ ਵਾਸਤੇ ਬਟ ਜਦੋਂ ਕੋਈ ਚੀਜ਼ ਐਕਸੈਸ ਦੇ ਵਿੱਚ ਹੋ ਜੇ ਤਾਂ ਉਹ ਸਾਡੇ ਲਈ ਇੱਕ ਜਾਨਲੇਵਾ ਸਿੱਧ ਹੋ ਸਕਦੀ ਹੈ. ਗ੍ਰੀਨ ਹਾਊਸ ਇਫੈਕਟ ਬਿਨਾਂ ਸਾਡੀ ਲਾਈਫ ਅਰਥ ਉੱਪਰ ਪੋਸੀਬਲ ਨਹੀਂ ਹੈਗੀ ਪਰ ਐਟ ਦੀ ਸੇਮ ਟਾਈਮ ਇਹਦਾ ਐਕਸੈਸ ਜੋ ਹੈਗਾ ਐਕਸੈਸ ਦੇ ਵਿੱਚ ਜਦੋਂ ਗ੍ਰੀਨ ਹਾਊਸ ਗੈਸਿਸ ਜਿਹੜੀਆਂ ਨੇ ਉਹ ਜ਼ਿਆਦਾ ਟਰੈਪ ਕਰ ਲੈਂਦੀਆਂ ਨੇ ਰੇਡੀਏਸ਼ਨਸ ਨੂੰ ਐਟਮੋਸਫੀਅਰ ਦੇ ਵਿੱਚ ਜ਼ਿਆਦਾ ਟਰੈਪ ਹੋ ਜਾਂਦੀ ਹੈ ਜਦੋਂ ਰੇਡੀਏਸ਼ਨਸ ਤਾਂ ਉਹਦੇ ਨਾਲ ਹੋਰ ਵੀ ਜ਼ਿਆਦਾ ਗਰਮਾਹਟ ਧਰਤੀ ਦੇ ਉੱਪਰ ਵੱਧ ਜਾਂਦੀ ਆ ਜਿਹਦੇ ਕਰਕੇ ਸਾਨੂੰ ਰਹਿਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ. ਸੋ ਇਹਦੇ ਬਹੁਤ ਸਾਰੇ ਕਾਜ਼ਿਸ ਨੇ ਵੀ ਇਹ ਚੀਜ਼ ਕਿਉਂ ਹੋ ਰਹੀ ਆ. ਸਭ ਤੋਂ ਪਹਿਲਾਂ ਤਾਂ ਜਿਹੜੀ ਗ੍ਰੀਨ ਹਾਊਸ ਗੈਸ ਹੈਗੀ ਆ ਦੈਟ ਇਜ਼ ਕਾਰਬਨ ਡਾਈਆਕਸਾਈਡ. ਕਾਰਬਨ ਡਾਈਆਕਸਾਈਡ ਦੀ ਜਿਹੜੀ ਅਮਾਊਂਟ ਹੈ এনवायरमेंट ਦੇ ਵਿੱਚ ਡੇ ਬਾਈ ਡੇ ਇਨਕਰੀਜ਼ ਹੋ ਰਹੀ ਆ. ਸੋ ਇਹਦੇ ਬਹੁਤ ਸਾਰੇ ਕਾਜ਼ਿਸ ਨੇ. ਜੇ ਆਪਾਂ ਡਿਟੇਲ ਦੇ ਵਿੱਚ ਇਹਨਾਂ ਕਾਜ਼ਿਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਕਾਜ਼ ਹੈਗਾ ਹਿਊਮਨ ਐਕਟੀਵਿਟੀਜ਼. ਹਿਊਮਨ ਐਕਟੀਵਿਟੀਜ਼ ਦੇ ਕਾਰਨ ਕਾਰਬਨ ਡਾਈਆਕਸਾਈਡ ਦੀ ਅਮਾਊਂਟ ਵੱਧ ਰਹੀ ਆ. ਸੋ ਇਹਦੇ ਵਿੱਚ ਜੇ ਫਰਦਰ ਗੱਲ ਕਰੀਏ ਤਾਂ ਫਰਸਟ ਹੈਗਾ ਡੀਫੋਰੈਸਟੇਸ਼ਨ. ਡੀਫੋਰੈਸਟੇਸ਼ਨ ਮੀਨਸ ਬਹੁਤ ਸਾਰੇ ਟਰੀਜ਼ ਅੱਜ ਕੱਲ੍ਹ ਆਪਾਂ ਕੱਟ ਰਹੇ ਹਾਂ ਜਸਟ ਆਪਦੀ ਨੀਡਸ ਨੂੰ ਪੂਰਾ ਕਰਨ ਵਾਸਤੇ, ਡਿਜ਼ਾਇਰਸ ਨੂੰ ਪੂਰਾ ਕਰਨ ਵਾਸਤੇ ਜਿਹਦੇ ਕਰਕੇ ਕਾਰਬਨ ਡਾਈਆਕਸਾਈਡ ਦਾ ਲੈਵਲ ਵੱਧ ਰਿਹਾ ਹੈ ਬਿਕੋਜ਼ ਆਲ ਵੀ ਨੋ ਦੈਟ ਕਿ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਜਿਹੜੇ ਟਰੀਜ਼ ਨੇ ਉਹ ਅਬਜ਼ੌਰਬ ਕਰਦੇ ਨੇ ਕਿਉਂਕਿ ਕਾਰਬਨ ਡਾਈਆਕਸਾਈਡ ਤੋਂ ਟਰੀਜ਼ ਐਂਡ ਪਲਾਂਟਸ ਆਪਦਾ ਫੂਡ ਪ੍ਰਿਪੇਅਰ ਕਰਦੇ ਨੇ ਵਿਦ ਦੀ ਹੈਲਪ ਆਫ ਫੋਟੋਸਿੰਥੇਸਿਸ. ਪਰ ਅਸੀਂ ਉਹਨਾਂ ਟਰੀਜ਼ ਨੂੰ ਹੀ ਕੱਟ ਰਹੇ ਹਾਂ ਜਿਹਦੇ ਕਰਕੇ ਕਾਰਬਨ ਡਾਈਆਕਸਾਈਡ ਜ਼ਿਆਦਾ ਤੋਂ ਜ਼ਿਆਦਾ ਅਬਜ਼ੌਰਬ ਨਹੀਂ ਹੋ ਰਹੀ, ਖਤਮ ਨਹੀਂ ਹੋ ਰਹੀ. ਅਸੀਂ ਵੀ ਕਾਰਬਨ ਡਾਈਆਕਸਾਈਡ ਨੂੰ ਕੀ ਕਰ ਰਹੇ ਹਾਂ ਐਕਸਹੇਲ ਕਰ ਰਹੇ ਹਾਂ. ਠੀਕ ਹੈ, ਜਿਹੜੇ ਵਹੀਕਲਸ ਨੇ ਵਹੀਕਲਸ ਦੇ ਵਿੱਚੋਂ ਵੀ ਕਾਰਬਨ ਡਾਈਆਕਸਾਈਡ ਨਿਕਲਦੀ ਆ, ਬਹੁਤ ਸਾਰੀਆਂ ਹਾਰਮਫੁਲ ਗੈਸਿਸ ਨਿਕਲਦੀਆਂ ਨੇ. ਅਪਾਰਟ ਫਰੋਮ ਦਿਸ ਜਿਹੜਾ ਅਸੀਂ ਘਰੇ ਫਿਊਲ ਯੂਜ਼ ਕਰਦੇ ਹਾਂ ਲਾਈਕ ਕੋਲ ਹੋ ਗਿਆ, ਠੀਕ ਹੈ, ਵੁੱਡ ਹੋ ਗਿਆ, ਉਹਨਾਂ ਦੇ ਵਿੱਚੋਂ ਵੀ ਕਾਰਬਨ ਡਾਈਆਕਸਾਈਡ ਕੀ ਹੁੰਦੀ ਆ ਸਪਿਊ ਹੁੰਦੀ ਆ ਜਿਹਦੇ ਕਰਕੇ ਕਾਰਬਨ ਡਾਈਆਕਸਾਈਡ ਦਾ ਲੈਵਲ ਜਿਹੜਾ ਹੈਗਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਐਂਡ ਟਰੀਜ਼ ਘੱਟ ਰਹੇ ਨੇ ਕਿਉਂਕਿ ਟਰੀਜ਼ ਨੂੰ ਲੋੜ ਹੁੰਦੀ ਆ ਕਾਰਬਨ ਡਾਈਆਕਸਾਈਡ ਦੀ. ਫਿਰ ਜਦੋਂ ਟਰੀਜ਼ ਹੀ ਹੈ ਨਹੀਂ ਜਿਨ੍ਹਾਂ ਨੇ ਇਸ ਕਾਰਬਨ ਡਾਈਆਕਸਾਈਡ ਦਾ ਯੂਜ਼ ਕਰਨਾ ਉਹੀ ਜਦੋਂ ਹੈ ਨਹੀਂ ਤਾਂ ਇਸੇ ਕਰਕੇ ਜਿਹੜੇ ਕਾਰਬਨ ਡਾਈਆਕਸਾਈਡ ਦਾ ਲੈਵਲ ਹੈਗਾ ਉਹ এনवायरमेंट ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ. ਸੋ ਇਸੇ ਕਰਕੇ ਜਿਹੜੀ ਕਾਰਬਨ ਡਾਈਆਕਸਾਈਡ ਹੈ
ਉਹ ਕੀ ਕਰਦੀ ਹੈ, ਹੀਟ ਨੂੰ ਆਪਦੇ ਅੰਦਰ ਟਰੈਪ ਕਰ ਲੈਂਦੀ ਹੈ ਐਂਡ ਉਹਨੂੰ ਐਸਕੇਪ ਨਹੀਂ ਹੋਣ ਦਿੰਦੀ ਸਪੇਸ ਦੇ ਵਿੱਚ। ਐਂਡ ਜਦੋਂ ਉਹ ਕਾਰਬਨ ਡਾਈਆਕਸਾਈਡ ਆਪਦੇ ਅੰਦਰ ਹੀਟ ਨੂੰ ਟਰੈਪ ਕਰ ਲੈਂਦੀ ਹੈ ਤਾਂ ਕਾਰਬਨ ਡਾਈਆਕਸਾਈਡ, ਤੁਸੀਂ ਖੁਦ ਸੋਚੋ ਉਹਦਾ ਲੈਵਲ ਕਿੰਨਾ ਜ਼ਿਆਦਾ ਹੋ ਗਿਆ। ਤਾਂ ਉਹਦੇ ਕਰਕੇ ਜਿਹੜਾ ਗ੍ਰੀਨ ਹਾਊਸ ਇਫੈਕਟ ਜਿਹੜਾ ਹੈਗਾ ਉਹ ਆਪੋਜ਼ਿਟ ਬਿਹੇਵ ਕਰਨ ਲੱਗ ਜਾਂਦਾ ਹੈ। ਮੀਨਸ ਉਹਦੇ ਕਰਕੇ ਵਾਰਮਨੈਸ ਬਹੁਤ ਜ਼ਿਆਦਾ ਵੱਧ ਜਾਂਦੀ ਆ ਸਾਡੇ ਇਨਵਾਇਰਮੈਂਟ ਦੇ ਵਿੱਚ ਐਂਡ ਇਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਹੁੰਦੀਆਂ ਨੇ। ਅਪਾਰਟ ਫਰੋਮ ਦਿਸ, ਜੇ ਇਹਦੇ ਸੈਕਿੰਡ ਪੁਆਇੰਟ ਦੀ ਗੱਲ ਕਰੀਏ ਤਾਂ ਸੈਕਿੰਡ ਮੈਂ ਇਹਦੇ ਵਿੱਚ ਹੀ ਕੰਪਲੀਟ ਕਰਤਾ ਹੈਗਾ ਫਰਸਟ ਪੁਆਇੰਟ ਦੇ ਵਿੱਚ ਕਿ ਵਹੀਕਲਸ ਜਿਹੜੇ ਨੇ ਜਾਂ ਫਿਊਲਸ ਜਿਹੜੇ ਨੇ, ਜਦੋਂ ਅਸੀਂ ਉਹਨਾਂ ਨੂੰ ਬਰਨ ਕਰਦੇ ਹਾਂ ਡਿਊਰਿੰਗ ਕੰਬਸਸ਼ਨ, ਉਹਨਾਂ ਦੇ ਵਿੱਚੋਂ ਹੀਟ ਪ੍ਰੋਡਿਊਸ ਹੁੰਦੀ ਆ ਐਂਡ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਆ, ਜਿਹਦੇ ਕਰਕੇ ਵੀ ਕੁਆਂਟਿਟੀ ਜਿਹੜੀ ਹੈਗੀ ਹੈ ਕਾਰਬਨ ਡਾਈਆਕਸਾਈਡ ਦੀ ਅਮਾਊਂਟ ਜਿਹੜੀ ਹੈਗੀ ਆ ਉਹ ਵੱਧਦੀ ਜਾ ਰਹੀ ਹੈ ਐਟਮੋਸਫੀਅਰ ਦੇ ਵਿੱਚ। ਐਂਡ ਇੰਡਸਟਰੀਜ਼ ਵੀ ਕਈ ਇੱਦਾਂ ਦੇ ਕਾਰਬਨ ਡਾਈਆਕਸਾਈਡ ਨੂੰ ਸਪਿਊ ਕਰਵਾ ਰਹੇ ਨੇ, ਸੋ ਜਿਹਦੇ ਕਰਕੇ ਅਮਾਊਂਟ ਵੱਧ ਰਿਹਾ ਹੈਗਾ। ਸੋ ਲੈਟਸ ਮੂਵ ਟੂ ਦੀ ਨੈਕਸਟ ਪਾਰਟ। ਜੇ ਅਸੀਂ ਇਹਦੀ ਗੱਲ ਕਰੀਏ ਕਿ ਅਸੀਂ ਇਹਨੂੰ ਕਿਵੇਂ ਰਿਡਿਊਸ ਕਰ ਸਕਦੇ ਹਾਂ, ਸੋ ਇਸੇ ਵਿੱਚੋਂ ਇੱਕ ਫਰਦਰ ਟੌਪਿਕ ਅਰਾਈਜ਼ ਹੁੰਦਾ ਦੈਟ ਇਜ਼ ਗਲੋਬਲ ਵਾਰਮਿੰਗ। ਜਦੋਂ ਅਰਥ ਦਾ ਟੈਂਪਰੇਚਰ ਇਨਕਰੀਜ਼ ਹੋਣ ਲੱਗ ਜੇ, ਸੋ ਅਰਥ ਦਾ ਜਿੰਨਾ ਟੈਂਪਰੇਚਰ ਹੈਗਾ ਉਹਦੇ ਐਵਰੇਜ ਟੈਂਪਰੇਚਰ ਤੋਂ ਜਦੋਂ ਟੈਂਪਰੇਚਰ ਇਨਕਰੀਜ਼ ਹੋਣ ਲੱਗ ਜੇ ਕੰਟੀਨਿਊਸਲੀ, ਦੈਨ ਉਹਨੂੰ ਬੋਲਿਆ ਜਾਂਦਾ ਹੈਗਾ ਗਲੋਬਲ ਵਾਰਮਿੰਗ। ਸੋ ਕਾਰਬਨ ਡਾਈਆਕਸਾਈਡ ਕਰਕੇ ਅਰਥ ਦਾ ਜਿਹੜਾ ਟੈਂਪਰੇਚਰ ਹੈ ਡੇ ਬਾਏ ਡੇ ਇਨਕਰੀਜ਼ ਹੋ ਰਿਹਾ, ਐਵਰੇਜ ਟੈਂਪਰੇਚਰ ਡੇ ਬਾਏ ਡੇ ਇਨਕਰੀਜ਼ ਹੋ ਰਿਹਾ, ਜਿਹਦੇ ਕਰਕੇ ਗਲੋਬਲ ਵਾਰਮਿੰਗ ਵੱਧ ਰਹੀ ਹੈ, ਜਿਹਨੂੰ ਕੀ ਬੋਲਿਆ ਜਾਂਦਾ ਜੀ, ਗਲੋਬਲ ਵਾਰਮਿੰਗ ਬੋਲਿਆ ਜਾਂਦਾ ਹੈ। ਸੋ ਇਹਦੇ ਵੀ ਸੇਮ ਹੀ ਕਾਰਨ ਨੇ ਕਿ ਕਾਰਬਨ ਡਾਈਆਕਸਾਈਡ ਵੱਧ ਰਹੀ ਆ, ਠੀਕ ਹੈ, ਅਸੀਂ ਟਰੀਜ਼ ਨੂੰ ਚੌਪ ਡਾਊਨ ਕਰ ਰਹੇ ਹਾਂ, ਕੱਟ ਡਾਊਨ ਕਰ ਰਹੇ ਹਾਂ, ਜਿਹਦੇ ਕਰਕੇ ਕਾਰਬਨ ਡਾਈਆਕਸਾਈਡ ਅਬਜ਼ੌਰਬ ਨਹੀਂ ਹੋ ਰਹੀ ਐਂਡ ਏਅਰ ਦੇ ਵਿੱਚ ਇੱਦਾਂ ਹੀ ਸਸਪੈਂਡਡ ਹੈਗੀ ਆ ਕਾਰਬਨ ਡਾਈਆਕਸਾਈਡ, ਜਿਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਸੋ ਗਲੋਬਲ ਵਾਰਮਿੰਗ ਕਰਕੇ ਕੀ ਪ੍ਰੋਬਲਮਸ ਆ ਰਹੀਆਂ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਫਸਟ ਆਫ ਆਲ ਇਹਦੇ ਕਰਕੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਨੇ, ਜਿਵੇਂ ਕਿ ਜਿਹੜੇ ਗਲੇਸ਼ੀਅਰਸ ਨੇ ਮੈਲਟ ਹੋ ਰਹੇ ਨੇ। ਸੋ ਸਭ ਤੋਂ ਪਹਿਲਾਂ ਗੰਗੋਤਰੀ, ਤੁਸੀਂ ਸੁਣਿਆ ਹੀ ਹੋਊਗਾ ਨਿਊਜ਼ਪੇਪਰ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਦੇ ਬਾਰੇ ਨਿਊਜ਼ਸ ਆਈਆਂ ਸੀਗੀਆਂ ਕਿ ਗੰਗੋਤਰੀ ਗਲੇਸ਼ੀਅਰ ਜਿਹੜਾ ਹੈਗਾ ਮੈਲਟ ਹੋਣਾ ਸ਼ੁਰੂ ਹੋ ਗਿਆ ਹਿਮਾਲਿਆਜ਼ ਦੇ ਵਿੱਚ, ਜਿਹਦੇ ਕਰਕੇ ਫਲੱਡਸ ਆ ਰਹੇ ਨੇ। ਫਲੱਡਸ ਕਰਕੇ ਬਹੁਤ ਸਾਰੀ ਪ੍ਰੋਬਲਮ ਹੋ ਰਹੀ ਹੈ, ਬਹੁਤ ਸਾਰੇ ਟਰੀਜ਼ ਨੂੰ ਪ੍ਰੋਬਲਮ ਹੋ ਰਹੀ ਹੈ ਐਂਡ ਅਪਾਰਟ ਫਰੋਮ ਦਿਸ ਜਿਹੜੇ ਹਿਊਮਨ ਬੀਇੰਗਸ ਨੇ ਉਹਨਾਂ ਨੂੰ ਆਪਦੀ ਜਾਨ ਗਵਾਉਣੀ ਪੈ ਰਹੀ ਹੈ ਇਹਨਾਂ ਫਲੱਡਸ ਕਰਕੇ, ਠੀਕ ਹੈ। ਫਲੱਡਸ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਕਿਉਂਕਿ ਅਰਥ ਦਾ ਐਟਮੋਸਫੀਅਰ ਵਧਣ ਕਰਕੇ ਇਹ ਗਲੇਸ਼ੀਅਰਸ ਮੈਲਟ ਹੋਣੇ ਸ਼ੁਰੂ ਹੋ ਰਹੇ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਐਨੀਮਲਸ ਨੇ ਇੱਦਾਂ ਦੇ ਜਿਹੜੇ ਕਿ ਇੰਨੀ ਗਰਮੀ ਦੇ ਵਿੱਚ ਨਹੀਂ ਰਹਿ ਪਾਉਂਦੇ, ਸੋ ਉਹ ਵੀ ਖਤਮ ਹੋ ਰਹੇ ਨੇ, ਦੇ ਆਰ ਔਨ ਦੀ ਵਰਜ ਆਫ ਐਕਸਟਿੰਕਸ਼ਨ। ਉਹਨਾਂ ਨੂੰ ਵੀ ਨੁਕਸਾਨ ਬਹੁਤ ਜ਼ਿਆਦਾ ਫੇਸ ਕਰਨਾ ਪੈ ਰਿਹਾ। ਜੇ ਅਸੀਂ ਆਪਣੀ ਗੱਲ ਕਰੀਏ ਤਾਂ ਸਾਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਨੇ ਕਿ ਟੈਂਪਰੇਚਰ ਵੱਧ ਰਿਹਾ, ਸਾਨੂੰ ਰਹਿਣਾ ਔਖਾ ਹੋ ਰਿਹਾ, ਜਿਹੜੀ ਏਅਰ ਦੀ ਪਿਓਰਿਟੀ ਹੈ ਉਹ ਡਿਸਟਰੋਏ ਹੋ ਰਹੀ ਹੈ, ਏਅਰ ਪੋਲਿਊਸ਼ਨ ਵੱਧ ਰਿਹਾ ਕਿਉਂਕਿ ਕਾਰਬਨ ਡਾਈਆਕਸਾਈਡ ਐਕਟ ਕਰ ਰਿਹਾ ਐਜ਼ ਅ ਪੋਲਿਊਟੈਂਟ, ਏਅਰ ਦੇ ਵਿੱਚ ਪੋਲਿਊਟੈਂਟ ਦਾ ਕੰਮ ਕਰ ਰਿਹਾ, ਜਿਹਦੇ ਨਾਲ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਏਅਰ ਪੋਲਿਊਸ਼ਨ ਕਰਕੇ। ਔਰ ਵੀ ਨੋ ਦੈਟ ਕਿ ਰੈਸਪੀਰੇਟਰੀ ਸਿਸਟਮ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਆ, ਬਰੀਥਿੰਗ ਲੈਣ ਦੇ ਵਿੱਚ ਪ੍ਰੋਬਲਮ ਹੁੰਦੀ ਆ, ਅਸਥਮਾ ਹੋ ਜਾਂਦਾ ਐਂਡ ਲੋਟਸ ਆਫ ਹੈਲਥ ਇਸ਼ੂਜ਼ ਆਪਾਂ ਨੂੰ ਫੇਸ ਕਰਨੇ ਪੈਂਦੇ ਨੇ ਜਸਟ ਬਿਕੋਜ਼ ਆਫ ਕਾਰਬਨ ਡਾਈਆਕਸਾਈਡ। ਸੋ ਇਹਦੇ ਤੋਂ ਬਚਣ ਲਈ ਅਸੀਂ ਕੀ ਸੋਲਿਊਸ਼ਨਸ ਕਰ ਸਕਦੇ ਹਾਂ, ਕਿਹਨਾਂ ਸੋਲਿਊਸ਼ਨਸ ਨੂੰ ਫੋਲੋ ਕਰ ਸਕਦੇ ਹਾਂ, ਕਿਹੜੇ ਸਟੈਪਸ ਅਸੀਂ ਫੋਲੋ ਕਰ ਸਕਦੇ ਹਾਂ। ਸੋ ਲੈਟਸ ਮੂਵ ਟੂ ਦੀ ਦਿਸ ਪੁਆਇੰਟ। ਸੋ ਫਸਟ ਆਫ ਆਲ ਅਸੀਂ ਕੀ ਕਰ ਸਕਦੇ ਹਾਂ, ਬਹੁਤ ਸਾਰੇ ਟਰੀਜ਼ ਨੂੰ ਪਲਾਂਟ ਕਰ ਸਕਦੇ ਹਾਂ ਜਿਹਦੇ ਨਾਲ ਜਿਹੜੇ ਕਾਰਬਨ ਡਾਈਆਕਸਾਈਡ ਦਾ ਲੈਵਲ ਹੈਗਾ ਉਹ ਘੱਟ ਜੇ ਤੇ ਪਲਾਂਟਸ ਜਿਹੜੇ ਹੈਗੇ ਨੇ ਉਹ ਇਹਨਾਂ ਕਾਰਬਨ ਡਾਈਆਕਸਾਈਡ ਨੂੰ ਅਬਜ਼ੌਰਬ ਕਰਨ ਆਪਦੇ ਫੋਟੋਸਿੰਥੇਸਿਸ ਪ੍ਰੋਸੈਸ ਵਾਸਤੇ, ਜਿਹਦੇ ਨਾਲ ਇਕੁਇਲਿਬਰੀਅਮ ਜਿਹੜਾ ਹੈਗਾ ਬਣਿਆ ਰਹੂਗਾ, ਥਰਮਲ ਬੈਲੈਂਸ ਜਿਹੜਾ ਬਣਿਆ ਰਹੂਗਾ ਇਨਵਾਇਰਮੈਂਟ ਦੇ ਵਿੱਚ। ਐਂਡ ਜਿਹੜੇ ਟਰੀਜ਼ ਪਹਿਲਾਂ ਤੋਂ ਲੱਗੇ ਹੋਏ ਨੇ ਉਹਨਾਂ ਨੂੰ ਆਪਾਂ ਨਰਚਰ ਕਰ ਸਕਦੇ ਹਾਂ, ਮੀਨਸ ਉਹਨਾਂ ਦੀ ਦੇਖ ਰੇਖ ਕਰ ਸਕਦੇ ਹਾਂ, ਦੇਖਭਾਲ ਕਰ ਸਕਦੇ ਹਾਂ ਤਾਂ ਕਿ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਇੱਥੇ ਸਰਵਾਈਵ ਕਰਨ ਐਂਡ ਹੈਲਪ ਕਰਨ ਸਾਡੀ ਇਹਨਾਂ ਕਾਰਬਨ ਡਾਈਆਕਸਾਈਡ ਨੂੰ ਅਬਜ਼ੌਰਬ ਕਰਨ ਦੇ ਵਿੱਚ। ਇਸ ਤੋਂ ਇਲਾਵਾ ਅਸੀਂ ਵਹੀਕਲਸ ਦਾ ਯੂਜ਼ ਕਰਨਾ ਘੱਟ ਕਰ ਸਕਦੇ ਹਾਂ ਕਿਉਂਕਿ ਵਹੀਕਲਸ ਜਿਹੜੇ ਨੇ ਉਹ ਸਪਿਊ ਕਰਦੇ ਨੇ ਇਹਨਾਂ ਆਬਨੋਕਸੀਅਸ ਗੈਸਿਸ ਨੂੰ, ਜਿਹੜੀਆਂ ਕਿ ਫਰਦਰ ਸਾਡੀ ਅਰਥ ਨੂੰ ਵਾਰਮ ਕਰਦੀਆਂ ਨੇ ਐਂਡ ਸਾਡੇ ਲਈ ਹਾਨੀਕਾਰਕ ਸਿੱਧ ਹੁੰਦੇ ਨੇ। ਥਰਡ ਨੰਬਰ 'ਤੇ ਅਸੀਂ ਕਿ ਜਿਹੜੀ ਰੈਫਰੀਜਰੇਟਰਸ ਨੇ, ਏਅਰ ਕੰਡੀਸ਼ਨਰਸ ਨੇ, ਉਹਨਾਂ ਦਾ ਯੂਜ਼ ਕਰਨਾ ਘੱਟ ਕਰ ਸਕਦੇ ਹਾਂ ਕਿਉਂਕਿ ਰੈਫਰੀਜਰੇਟਰਸ ਐਂਡ ਏਅਰ ਕੰਡੀਸ਼ਨਰਸ ਕਲੋਰੋਫਲੋਰੋਕਾਰਬਨ ਨੂੰ ਅਮਿਟ ਕਰਦੇ ਨੇ ਐਂਡ ਕਲੋਰੋਫਲੋਰੋਕਾਰਬਨ ਬਹੁਤ ਡੇਂਜਰਸ ਹੈ, ਬਹੁਤ ਪੋਇਜ਼ਨਸ ਹੈ ਸਾਡੇ ਵਾਸਤੇ, ਜਿਹਦੇ ਕਰਕੇ ਅਰਥ ਦਾ ਟੈਂਪਰੇਚਰ ਇਨਕਰੀਜ਼ ਹੋ ਰਿਹਾ। ਸੋ ਅਸੀਂ ਉਹਦੀ ਜਗ੍ਹਾ 'ਤੇ
ਇੱਦਾਂ ਦੀਆਂ ਗੈਸਿਸ ਯੂਜ਼ ਕਰ ਸਕਦੇ ਹਾਂ ਜਿਹੜੀਆਂ ਕਿ ਐਜ਼ ਅ ਕਲੀਨ ਫਿਊਲ ਕੰਮ ਕਰਨ, ਠੀਕ ਹੈ। ਜਿਵੇਂ ਕਿ ਵਹੀਕਲਸ ਦੇ ਲਈ ਅਸੀਂ CNG ਗੈਸ ਯੂਜ਼ ਕਰ ਸਕਦੇ ਹਾਂ। ਆਪਦੇ ਕਿਚਨ ਦੇ ਵਿੱਚ ਅਗਰ ਅਸੀਂ ਫੂਡ ਪ੍ਰਪੇਅਰ ਕਰਨਾ ਹੈਗਾ ਤਾਂ LPG ਗੈਸ ਯੂਜ਼ ਕਰ ਸਕਦੇ ਹਾਂ, ਬਿਕੋਜ਼ ਇਹ ਦੋਨੇ ਜਿਹੜੀਆਂ ਗੈਸਿਸ ਨੇ ਇਹ ਐਕਟ ਕਰਦੀਆਂ ਨੇ ਐਜ਼ ਅ ਕਲੀਨ ਫਿਊਲ, ਠੀਕ ਹੈ। ਇਹਦੇ ਵਿੱਚੋਂ ਕੋਈ ਵੀ ਇੱਦਾਂ ਦੇ ਹਾਰਮਫੁਲ ਗੈਸਿਸ ਨਹੀਂ ਨਿਕਲਦੀਆਂ ਹੈਗੀਆਂ ਜਿਹਦੇ ਕਰਕੇ ਪੋਲਿਊਸ਼ਨ ਲੈਵਲ ਵੀ ਘੱਟ ਰਹਿੰਦਾ ਐਂਡ ਗਲੋਬਲ ਵਾਰਮਿੰਗ ਵੀ ਘੱਟ ਹੁੰਦੀ ਹੈਗੀ ਆ। ਸੋ ਇਹਨਾਂ ਸਾਰੇ ਸਟੈਪਸ ਨੂੰ ਫੋਲੋ ਕਰਕੇ ਅਸੀਂ ਆਪਦੀ ਅਰਥ ਨੂੰ ਬਚਾ ਸਕਦੇ ਹਾਂ, ਬਿਕੋਜ਼ ਇਹ ਰਿਐਲਿਟੀ ਦੇ ਵਿੱਚ ਇਹ ਹੈਪਨ ਹੋ ਰਹੀ ਹੈ ਚੀਜ਼, ਠੀਕ ਹੈ। ਸੋ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਵਾਸਤੇ ਇਹ ਇੱਕ ਮੈਟਰ ਬਣਿਆ ਹੋਇਆ ਕੰਸਰਨ ਦਾ ਗਵਰਨਮੈਂਟ ਵਾਸਤੇ ਵੀ, ਕਿਉਂਕਿ ਗਵਰਨਮੈਂਟ ਵੀ ਟਰਾਈ ਕਰ ਰਹੀ ਹੈ ਕਿ ਇਸ ਚੀਜ਼ ਨੂੰ ਰਿਡਿਊਸ ਕੀਤਾ ਜਾਵੇ। ਅਪਾਰਟ ਫਰੋਮ ਦਿਸ ਜਿਹੜੀਆਂ ਕੰਟਰੀਜ਼ ਹੈ, ਕਈ ਕੰਟਰੀਜ਼ ਨੇ ਇੱਕ ਐਗਰੀਮੈਂਟ ਵੀ ਸਾਈਨ ਕੀਤਾ ਸੀਗਾ ਇਸ ਗਲੋਬਲ ਵਾਰਮ ਨੂੰ ਰਿਡਿਊਸ ਕਰਨ ਵਾਸਤੇ, ਜਿਹਦਾ ਨਾਮ ਸੀਗਾ ਕਿਓਟੋ ਪ੍ਰੋਟੋਕੋਲ। ਕਿਹੜਾ ਸੀਗਾ? ਕਿਓਟੋ ਪ੍ਰੋਟੋਕੋਲ, ਜਿਹਦੇ ਵਿੱਚ ਉਹਨਾਂ ਨੇ ਇਹ ਸੋਚਿਆ ਸੀ ਕਿ ਅਸੀਂ ਇਸ ਗਲੋਬਲ ਵਾਰਮਿੰਗ ਨੂੰ ਘੱਟ ਕਰਾਂਗੇ, ਬਹੁਤ ਸਾਰੇ ਸਟੈਪਸ ਨੂੰ ਫੋਲੋ ਕਰਾਂਗੇ। ਸੋ ਇਹ ਜਿਹੜਾ ਐਗਰੀਮੈਂਟ ਸਾਈਨ ਕੀਤਾ ਗਿਆ ਸੀ। ਸੋ ਸਾਨੂੰ ਇੰਡੀਵਿਜੂਅਲ ਲੈਵਲ 'ਤੇ ਵੀ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਵਹੀਕਲਸ ਦਾ ਘੱਟ ਤੋਂ ਘੱਟ ਯੂਜ਼ ਕਰਨਾ ਚਾਹੀਦਾ ਹੈ। ਲੋਟਸ ਆਫ ਟਰੀਜ਼ ਨੂੰ ਪਲਾਂਟ ਕਰਨਾ ਚਾਹੀਦਾ, ਕਿਉਂਕਿ ਟਰੀਜ਼ ਸਭ ਤੋਂ ਜ਼ਿਆਦਾ ਹੈਲਪ ਕਰਦੇ ਨੇ ਹਰ ਤਰ੍ਹਾਂ ਦੇ ਪੋਲਿਊਸ਼ਨ ਨੂੰ ਰਿਡਿਊਸ ਕਰਨ ਦੇ ਵਿੱਚ। ਐਂਡ ਟਰੀਜ਼ ਸਾਡੇ ਇਨਵਾਇਰਨਮੈਂਟ ਨੂੰ ਕੂਲ ਡਾਊਨ ਐਂਡ ਠੰਡਾ ਰੱਖਣ ਦੇ ਵਿੱਚ ਵੀ ਹੈਲਪ ਕਰਦੇ ਨੇ, ਬਿਕੋਜ਼ ਉਹ ਸਾਰੀ ਕਾਰਬਨ ਡਾਈਆਕਸਾਈਡ ਨੂੰ ਐਬਜ਼ੌਰਬ ਕਰ ਲੈਂਦੇ ਨੇ, ਜਿਹਦੇ ਕਰਕੇ ਸਾਨੂੰ ਪਿਓਰ ਆਕਸੀਜਨ ਵੀ ਮਿਲਦੀ ਆ ਐਂਡ ਸਾਡਾ ਇਨਵਾਇਰਨਮੈਂਟ ਕੂਲ ਡਾਊਨ ਐਂਡ ਟੈਂਪਰੇਚਰ ਵੀ ਉਹਦਾ ਬੈਲੈਂਸ ਰਹਿੰਦਾ ਹੈਗਾ। ਸੋ ਦੈਟਸ ਆਲ ਅਬਾਊਟ ਦਿਸ ਟੌਪਿਕ। ਆਈ ਹੋਪ ਕਿ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਸਿੰਪਲ ਲੈਂਗੁਏਜ ਦੇ ਵਿੱਚ ਕਿ ਵਟ ਇਜ਼ ਗ੍ਰੀਨ ਹਾਊਸ ਇਫੈਕਟ, ਵਟ ਇਜ਼ ਗਲੋਬਲ ਵਾਰਮਿੰਗ, ਵਟ ਆਰ ਦੀ ਕਾਜ਼ਜ਼ ਐਂਡ ਕਿਵੇਂ ਅਸੀਂ ਇਸ ਚੀਜ਼ ਨੂੰ ਸੋਲਵ ਕਰ ਸਕਦੇ ਹਾਂ। ਸੋ ਇਹ ਸਾਰੇ ਟੌਪਿਕਸ ਬਹੁਤ ਇੰਪੋਰਟੈਂਟ ਨੇ, ਫਰਦਰ ਕਲਾਸਿਸ ਦੇ ਵਿੱਚ ਵੀ ਬਹੁਤ ਕੰਮ ਆਉਂਦੇ ਨੇ। ਸੋ ਦੈਟਸ ਆਲ ਅਬਾਊਟ ਦਿਸ ਵੀਡੀਓ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਸਪੈਸੀਫਿਕ ਟੌਪਿਕ ਦੇ ਉੱਪਰ ਵੀਡੀਓ ਬਣਾਵਾਂ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਇਫ ਯੂ ਲਾਈਕ ਦਿਸ ਵੀਡੀਓ then don't forget to like, share and subscribe to my YouTube channel। ਤੁਸੀਂ ਮੈਨੂੰ Instagram and Facebook page ਉੱਪਰ ਵੀ ਫੋਲੋ ਕਰ ਸਕਦੇ ਹੋ। ਐਂਡ ਜੇ ਤੁਸੀਂ ਨਵੇਂ ਹੋ ਇਸ ਚੈਨਲ ਉੱਪਰ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰਨਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਬਾਏ।